ਸੋਰਠ ਮਹੱਲਾ ਪਹਿਲਾ। ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲੇਖੈ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲੇਖੈ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਮਨ ਰੇ ਰਾਮ ਜਪਹੁ ਸੁਖ ਹੋਈ, ਅਹਨਿਸ ਗੁਰ ਕੇ ਚਰਨ ਸਰੇਵਹੁ। ਹਰ ਦਾਤਾ ਭੁਗਤਾ ਸੋਈ, ਰਹਾਉ ਜੋ ਅੰਤਰ ਸੋ ਬਾਹਰ ਦੇਖਹੁ। ਅਵਰ ਨਾ ਦੂਜਾ ਕੋਈ ਜੀਓ, ਗੁਰਮੁਖ ਏਕ ਦ੍ਰਿਸ਼ਟ ਕਰ ਦੇਖਹੁ। ਘਟ ਘਟ ਜੋਤ ਸਮੋਈ ਜੀਓ, ਚਲਤਾਓ ਠਾਕ ਰਖਹੁ ਕਰ ਅਪੁਨੈ। ਗੁਰ ਮਿਲਿਐ ਇਹ ਮਤ ਹੋਈ ਜੀਓ, ਦੇਖ ਅਦ੍ਰਿਸ਼ਟ ਰਹਾਉ ਬਿਸਮਾਦੀ। ਦੁਖ ਬਿਸਰੈ ਸੁਖ ਹੋਈ ਜੀਓ, ਪੀਵਹੁ ਅਪਿਓ ਪਰਮ ਸੁਖ ਪਾਈਐ। ਨਿਜ ਘਰ ਵਾਸਾ ਹੋਈ ਜੀਓ, ਜਨਮ ਮਰਨ ਭਵ ਭੰਜਨ ਗਾਈਐ। ਪੁਨਰਪ ਜਨਮ ਨਾ ਹੋਈ ਜੀਓ, ਤਤ ਨਿਰੰਜਨ ਜੋਤ ਸਬਾਈ। ਸੋਹੰ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਨਾਨਕ ਗੁਰ ਮਿਲਿਆ ਸੋਈ ਜੀਓ, ਤਤ ਨਿਰੰਜਨ ਜੋਤ ਸਬਾਈ। ਸੋਹੰ ਭੇਦ ਨ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਨਾਨਕ ਗੁਰ ਮਿਲਿਆ ਸੋਈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਾਂ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ।
ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰੈਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਉਪਦੇਸ਼ ਮਿਲਿਆ। ਅੱਜ ਮਹਾਰਾਜ ਨੇ ਸਾਨੂੰ ਅਰਦਾਸ ਦੀ ਜੁਗਤ ਦਿੱਤੀ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲਹੁ, ਹਮ ਬਾਰਿਕ ਤੁਮਰੇ ਤਾਰੇ। ਅਸੀਂ ਅਰਦਾਸ ਕਰਦੇ ਰਿਹਾ ਕਰੀਏ ਔਰ ਇਹ ਵਿਸ਼ਵਾਸ ਸਾਡੇ ਅੰਦਰ ਟਿਕ ਜਾਏ, ਹਮ ਬਾਰਿਕ ਤੁਮਰੇ ਤਾਰੇ। ਔਰ ਸ਼ਾਇਦ ਇਸੇ ਅਹਿਸਾਸ ਨੂੰ ਦ੍ਰਿੜ ਕਰਾਉਣ ਵਾਸਤੇ ਸਾਡੇ ਵਡੇਰਿਆਂ ਨੇ ਜਦੋਂ ਅਰਦਾਸ ਵਾਸਤੇ ਸ਼ਬਦਾਂ ਦੀ ਚੋਣ ਕੀਤੀ ਹੈ ਤੇ ਸ੍ਰੀ ਸੁਖਮਨੀ ਸਾਹਿਬ ਜੀ ਕੀ ਪੌੜੀ ਸਾਨੂੰ ਦਿੱਤੀ, ਜੋ ਅੱਜ ਸਾਡੇ 'ਚ ਅਰਦਾਸ ਦਾ ਪ੍ਰਮੁੱਖ ਹਿੱਸਾ ਹੈ। ਤੂੰ ਠਾਕੁਰ ਤੁਮ ਪਏ ਅਰਦਾਸ। ਬਸ ਜਦੋਂ ਵੀ ਕਿਤੇ ਕੰਨਾਂ 'ਚ ਧੁਨ ਪੈਂਦੀ ਹੈ ਤੇ ਅਚਨਚੇਤ ਹੀ ਮਨੁੱਖ ਸਾਵਧਾਨ ਹੋਣ ਲੱਗ ਪੈਂਦਾ, ਸੁਚੇਤ ਹੋ ਜਾਈਦਾ ਵੀ ਅਰਦਾਸ ਦੀ ਤਿਆਰੀ। ਔਰ ਇਹਦੇ ਵਿੱਚ ਵੀ ਕੀ ਹੈ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਇੱਕ ਐਸਾ ਭਾਵ ਹੈ, ਇੱਕ ਐਸਾ ਪੱਖ ਹੈ ਜਿਹੜਾ ਸਾਨੂੰ ਇੱਕ ਚੀਜ਼ ਸਮਝਾਉਂਦਾ ਹੈ। ਉਮਰਾਂ ਕਰਕੇ ਭਾਵੇਂ ਅਸੀਂ ਇੱਥੇ ਕੋਈ ਉਮਰ ਦਰਾਜ਼ ਵਿਅਕਤੀ ਬੈਠਾ ਹੋਵੇ ਤੇ ਭਾਵੇਂ ਬਹੁਤ ਛੋਟੀ ਉਮਰ ਦਾ ਬਾਲਕਾ, ਦੋਨੋਂ ਹੀ ਗੁਰੂ ਦੇ ਸਨਮੁਖ ਹੱਥ ਜੁੜ ਕੇ ਕਹਿ ਰਹੇ ਹੁੰਦੇ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਜੇ ਅਸੀਂ ਇਸ ਨੂੰ ਸੰਦਰਭਿਤ ਉਸ ਰੂਪਕ ਵਿੱਚ ਸਮਝ ਸਕੀਏ, ਜਦੋਂ ਤੀਸਰੇ ਪਾਤਸ਼ਾਹ ਸਾਹਿਬ ਜੀ ਗੁਰਤਾ ਗੱਦੀ 'ਤੇ ਸੁਸ਼ੋਭਿਤ ਨੇ 95 ਸਾਲ ਦੀ ਅਵਸਥਾ ਦੇ ਵਿੱਚ, ਉਦੋਂ ਵੀ ਕੋਈ ਆ ਕੇ ਸਿੱਖ ਕਵੇ ਮਹਾਰਾਜ ਗੁਰੂ ਪਿਤਾ, ਤੇ ਸ਼ਾਇਦ ਸਾਨੂੰ ਬੜਾ ਸੌਖਾ ਸਮਝਣਾ ਪਿਆ, ਬਜ਼ੁਰਗ ਨੇ 90-95 ਸਾਲ ਦੇ ਗੁਰੂ ਪਿਤਾ ਕਿਹਾ, ਕੋਈ ਵੱਡੀ ਗੱਲ ਹੈ। ਉਮਰ ਕਰਕੇ ਪਿਤਾ ਪੁੱਤਰ ਧੀਆਂ ਦਾ ਰਿਸ਼ਤਾ ਹੈ ਹੀ ਇੰਨੇ ਉਮਰ ਦਾ ਹੁੰਦਾ ਹੀ ਹੈ। ਪਰ ਜਦੋਂ ਇੱਥੇ 5 ਸਾਲ ਦਾ ਬਾਲਕ ਰੂਪ ਬੈਠੇ ਨੇ ਤੇ ਉਦੋਂ ਸਾਹਮਣੇ ਕੋਈ 90 ਸਾਲ ਦਾ ਬਜ਼ੁਰਗ ਕਹਿ ਰਹੇ ਗੁਰੂ ਪਿਤਾ, ਫਿਰ ਸਮਝ ਨੂੰ ਝਟਕਾ ਲੱਗਦਾ ਵੀ ਇਹ ਕੀ ਗੱਲ ਹੋਈ। ਉਮਰ ਤੇ ਦਾਦੇ ਪੋਤਿਆਂ ਹੀ ਆ। ਭਾਈ ਦਰਗਾਹ ਮਲ ਜੀ, ਭਾਈ ਗੁਰਬਖਸ਼ ਜੀ, ਜਿਹੜੇ ਵਡੇਰੇ ਉਸ ਵਕਤ ਦੇ ਗੁਰਮੁਖ ਸਨ, ਵਡੇਰੀਆਂ ਉਮਰਾਂ ਦੇ ਸਨ, ਪਰ ਫਿਰ ਵੀ ਹੱਥ ਜੁੜ ਕੇ ਮੱਥੇ ਟੇਕਦੇ ਸਨ। ਸੁਭਾਵਕ ਹੀ ਹੈ ਇਹ ਪੌੜੀ ਪੜ੍ਹਦੇ ਹੋਣਗੇ, ਤੁਮ ਮਾਤ ਪਿਤਾ। ਸੁਭਾਵਕ ਹੀ ਉਦੋਂ ਪੌੜੀਆਂ ਹੈ ਸੀ ਸਾਡੇ ਕੋਲ। ਆ ਪਾਵਨ ਸ਼ਬਦ ਜੋ ਅੱਜ ਹਮ ਬਾਰਿਕ ਤੁਮਰੇ ਧਾਰੇ, ਇਹ ਵੀ ਸ਼ਬਦ ਉਸ ਵਕਤ ਸਾਡੇ ਕੋਲ ਵਡੇਰਿਆਂ ਕੋਲ ਹੈ ਸੀ, ਇਹ ਵੀ ਪੜ੍ਹਦੇ ਹੋਣਗੇ। ਦਰਅਸਲ ਗੁਰੂ ਉਮਰਾਂ ਦਾ ਤੇ ਸਰੀਰਾਂ ਦੇ ਮੁਤਾਜ ਨਹੀਂ ਗੇ। ਗੁਰੂ ਜੋਤ ਕਲਾਏ, ਗੁਰੂ ਆਕਾਰਾਂ ਦੇ ਵੀ ਮੁਤਾਜ ਨਹੀਂ। ਮਤਾਂ ਕੋਈ ਖਿਆਲ ਕਰੇ ਕਿ ਅਸੀਂ ਇੱਥੇ ਕਿਹੋ ਜਿਹਾ ਗ੍ਰੰਥ ਸਾਹਿਬ ਪ੍ਰਕਾਸ਼ ਕਰਦੇ ਹਾਂ, ਉੱਥੇ ਉਹਨਾਂ ਨੇ ਕਿਸੇ ਹੋਰ ਰੂਪ ਦਾ ਕੀਤਾ ਹੋਏਗਾ, ਕਿਤੇ ਛੋਟਾ ਆਕਾਰ ਕਿਤੇ ਵੱਡਾ ਆਕਾਰ, ਇਹਦਾ ਵੀ ਕੋਈ ਮਾਇਨੇ ਨਹੀਂ ਗਾ। ਇਹ ਹਾਲਾਂਕਿ ਸਾਡੇ 'ਚ ਬੜਾ ਭਰਮ ਭੁਲੇਖਾ ਜਿਹਾ ਪਿਆ ਏ, ਪਰ ਇਹਦਾ ਕੋਈ ਮਾਇਨੇ ਨਹੀਂ ਗਾ। ਹੁਣ ਤੇ ਬਹੁਤ ਵੱਡਾ ਸਰੂਪ ਹੈ ਨਾ, ਦਰਬਾਰ ਸਾਹਿਬ ਮੱਥਾ ਟੇਕਣ ਜਾਈ ਤੇ ਉੱਪਰ ਹਰ ਕੀ ਪੌੜੀ ਕੋਈ ਪਾਠ ਅਖੰਡ ਪਾਠ ਸਾਹਿਬ ਚੱਲਦਾ ਹੁੰਦਾ, ਬੜਾ ਵੱਡਾ ਸਰੂਪ ਹੈ। ਪਿਛਲੇ ਦਿਨਾਂ 'ਚ ਸੰਦੇਖਿਆ ਸੀ, ਸ਼ਾਇਦ ਮਲੇਸ਼ੀਆ ਦੀ ਸੰਗਤ ਵਿੱਚ ਬਹੁਤ ਵੱਡਾ ਪਾਵਨ ਸਰੂਪ ਉਹਨਾਂ ਨੇ ਤਿਆਰ ਕੀਤਾ ਸੀ, ਜਿਹਦਾ ਵਜ਼ਨ ਹੀ ਸ਼ਾਇਦ 3.5 ਕੁਇੰਟਲ ਦੇ ਆਸ-ਪਾਸ ਹੈ। ਹੁਣ ਏਡਾ ਵੱਡਾ ਸਰੂਪ ਦਾ ਮਤਲਬ ਗੁਰੂ ਵੱਡਾ ਥੋੜ੍ਹਾ ਹੈ। ਔਰ ਜਿਹੜਾ ਸ਼ਾਇਦ ਬਜ਼ੁਰਗਾਂ ਨੂੰ ਯਾਦ ਹੋਵੇ, ਜੋ ਅੰਗਰੇਜ਼ ਸਰਕਾਰ ਦੇ ਵਕਤ ਬਹੁਤ ਛੋਟਾ ਜਿਹਾ ਸਰੂਪ ਛਾਪਿਆ ਗਿਆ ਸੀ ਆਰਮੀ ਦੀ ਡਿਮਾਂਡ 'ਤੇ, ਜੋ ਮਾਚਿਸ ਦੀ ਡੱਬੀ ਦੇ ਆਸ-ਪਾਸ ਬਰਾਬਰ ਸੀ। ਹੁਣ ਉਹ ਸਰੂਪ ਅਤੇ ਉਹ ਵੱਡਾ ਸਰੂਪ ਦੋਨੋਂ, ਗੁਰੂ ਵੱਡਾ ਛੋਟਾ ਥੋੜ੍ਹਾ ਹੈ। ਗੁਰੂ ਤੇ ਇੱਕੋ ਹੀ ਹੈ, ਜਪਜੀ ਤੇ ਉਹ ਹੀ ਹੈ ਨਾ, ਦੋਨਾਂ ਦੇ ਵਿੱਚ ਇੱਕ ਓਂਕਾਰ ਤੇ ਇੱਕੋ ਹੀ ਹੈ ਨਾ। ਲਿਖਣ ਦਾ ਢੰਗ ਵੱਖਰਾ ਹੋ, ਜਿਵੇਂ ਅਸੀਂ ਕਹਿੰਦੇ ਕਿ ਵੱਡਾ ਗੁਰਦੁਆਰਾ ਹੈ, ਮਤਲਬ ਇਹਦੀ ਇਮਾਰਤ ਵੱਡੀ ਹੈ। ਹੋ ਸਕਦਾ ਦੂਸਰੇ ਸੈਕਟਰ ਵਿੱਚ ਗੁਰਦੁਆਰਾ ਹੋਏ ਸੀ ਕਿ ਛੋਟਾ ਗੁਰਦੁਆਰਾ,
ਵੀ ਉਹਦੀ ਇਮਾਰਤ ਛੋਟੀ ਹੈ। ਇਮਾਰਤ ਛੋਟੀ ਤੇ ਨਾ ਵੱਡਾ ਛੋਟਾ ਹੋ ਸਕਦਾ, ਗੁਰੂ ਵੱਡਾ ਤੇ ਛੋਟਾ ਨਹੀਂ ਹੈ, ਗੁਰੂ ਇੱਕ ਸਮਾਨ ਹੈ। ਅੱਜ ਗੁਰੂ ਦੀ ਜੋ ਸਮਗਰ ਪਰਿਭਾਸ਼ਾ ਹੈ ਇਸ ਪਾਵਨ ਬਚਨ ਦੀਆਂ ਆਖਰੀ ਤੁਕਾਂ ਦੇ ਨਾਲ ਉਪਰਾਪਤ ਹੁੰਦੀ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਇਹ ਗੁਰੂ ਦੀ ਪਰਿਭਾਸ਼ਾ ਹੈ ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪ ਦਿੱਤੀ ਹੈ। ਔਰ ਕਹਿਣ ਲੱਗੇ ਇਹ ਗੁਰੂ ਸਾਨੂੰ ਮਿਲਿਆ। ਔਰ ਅਸੀਂ ਕਦੇ ਕਦੇ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਸਾਹਿਬ ਨੇ ਆਪਣੇ ਗੁਰੂ ਨਹੀਂ, ਇਹ ਸਾਨੂੰ ਦੱਸਿਆ ਵੀ ਗੁਰੂ ਦੀ ਪਰਿਭਾਸ਼ਾ ਇਹ ਜੇ ਅਪਰੰਪਰ ਹੈ, ਪਾਰ ਬ੍ਰਹਮ ਹੈ, ਪਰਮੇਸ਼ਰ ਹੈ। ਇਹ ਗੁਰੂ ਦੀ ਪਰਿਭਾਸ਼ਾ। ਜਿਵੇਂ ਅਸੀਂ ਕਿ ਨਾ ਅਸੀਂ ਜਦੋਂ ਕਰਤਾ ਪੁਰਖ ਵਾਹਿਗੁਰੂ ਜੀ ਦੇ ਬਾਰੇ ਕਹਿੰਦੇ ਏਕ ਓੰਕਾਰ ਸਤਿਨਾਮ ਕਰਤਾ ਪੁਰਖ, ਇਹ ਸਮਗਰਤਾ ਪਰਮਾਤਮਾ ਦੀ ਪਰਿਭਾਸ਼ਾ ਹੈ। ਤੇ ਸਾਥੋਂ ਕੋਈ ਗੁਰੂ ਪੁੱਛੇ ਤੇ ਗੁਰੂ ਕਾ ਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ, ਇਹ ਸਾਡਾ ਗੁਰੂ ਹੈ। ਉਸ ਗੁਰੂ ਪਾਤਸ਼ਾਹ ਸਾਹਿਬ ਦੇ ਹਜ਼ੂਰ ਜਦੋਂ ਆਪਾਂ ਬੈਠਦੇ ਹਾਂ ਤੇ ਇਹ ਗੱਲਾਂ ਸਾਨੂੰ ਸਮਝ ਆਉਂਦੀਆਂ। ਹੌਲੀ ਹੌਲੀ ਅਸੀਂ ਇਹਨਾਂ ਦੀ ਹੋਰ ਗਹਿਰਾਈ ਨੂੰ ਮੰਨਣਾ ਹੈ, ਇਹਨਾਂ ਦੇ ਵਿੱਚ ਜੋ ਆਨੰਦ ਹੈ ਹੌਲੀ ਹੌਲੀ ਸਮਝਦੇ ਚੱਲੀਏ। ਪਿਛਲੇ ਸ਼ਬਦ ਅਸੀਂ ਵਾਚਦੇ ਸਾਂ ਕਿ ਜਿਸ ਸੰਸਾਰ ਵਿੱਚ ਆਪਾਂ ਤੁਰੇ ਜਾ ਰਹੇ ਹਾਂ ਔਰ ਜਿੱਥੇ ਅਸਾਂ ਨੇ ਆਪਣੇ ਆਪ ਨੂੰ ਬਚਾਉਣਾ ਹੈ ਤੇ ਉੱਥੇ ਇੱਕੋ ਜੁਗਤ ਹੈ ਨਾਨਕ ਰਾਮ ਜਾਮ ਜਪ ਗੁਰਮੁਖ। ਵਾਹਿਗੁਰੂ ਜੀ ਦਾ ਨਾਮ ਹੈ। ਔਰ ਇਹ ਕਿਵੇਂ ਪਾਏ ਮਸਤਕ ਭਾਗਾ, ਕਿਰਨ ਪ੍ਰਾਪਤ ਹੁੰਦਾ ਜਿਹਨਾਂ ਦੇ ਮਸਤਕ ਭਾਗ ਨੇ। ਅੱਜ ਸਾਨੂੰ ਕੋਈ ਭਾਗਾਂ ਦੇ ਬਾਬਤ ਕੁਝ ਗੱਲ ਸੰਕੇਤਕ ਹੈ, ਕਿਉਂਕਿ ਭਾਗ ਲੇਖਾਂ ਦੇ ਕਰਕੇ ਹੁੰਦੇ ਨੇ, ਲੇਖ ਕਰਮਾਂ ਦੇ ਕਰਕੇ ਹੁੰਦੇ ਨੇ। ਇੱਕ ਚੇਨ ਹੈ, ਸਾਨੂੰ ਜੋ ਕੁਝ ਮਿਲ ਰਿਹਾ ਹੈ ਇਹ ਸਾਡੇ ਭਾਗ ਨੇ। ਭਾਗ ਦਾ ਮਤਲਬ ਹਿੱਸਾ। ਬਹੁਤ ਵੱਡੇ ਬ੍ਰਹਮੰਡੀ ਪਸਾਰੇ ਵਿੱਚੋਂ ਸਾਡਾ ਹਿੱਸਾ ਕਿਤਨਾ ਹੈ। ਜਿਵੇਂ ਅਸੀਂ ਆਪਣੇ ਘਰਾਂ 'ਚ ਕਦੇ ਕਦੇ ਆਲੇ ਦੁਆਲੇ ਭਰਾਵਾਂ ਭੈਣਾਂ ਨੂੰ ਲੜਦਿਆਂ ਝਗੜਦਿਆਂ ਦੇਖਾਂ ਮੇਰਾ ਹਿੱਸਾ ਆ ਕਰਦੇ ਨਾ ਸਾਡੇ ਘਰਾਂ 'ਚ। ਜਦੋਂ ਭੈਣ ਭਰਾਵਾਂ ਦੀ ਕਈ ਵਾਰ ਪਿਤਾ ਪੁਰਖੀ ਜਾਇਦਾਦ ਨੂੰ ਵੰਡਣ 'ਚ ਕਲੇਸ਼ ਪੈਂਦਾ ਤੇ ਕਹਿੰਦੇ ਨੇ ਮੇਰਾ ਹਿੱਸਾ। ਹੁਣ ਜਿਤਨੇ ਤੁਸੀਂ ਭੈਣ ਭਰਾਵਾਂ ਸੀ ਉਹਨਾਂ ਦੇ ਮੁਤਾਬਕ ਹਿੱਸਾ ਹੋਏਗਾ ਨਾ। ਅਗਰ ਪਿਤਾ ਦੀ ਜਾਇਦਾਦ ਬਹੁਤ ਹੈ ਤਾਂ ਉਹਨਾਂ ਵੱਡਾ ਹਿੱਸਾ, ਜੇ ਘੱਟ ਹੈ ਤੇ ਘੱਟ। ਇਹ ਹਿੱਸਾ ਵੱਡਾ ਤੇ ਛੋਟਾ ਨਹੀਂ, ਹਿੱਸਾ ਪਰਸੈਂਟੇਜ ਕਰਕੇ ਹੁੰਦਾ। ਹੁਣ ਜਿਤਨੇ ਹਾਂ ਉਨੇ ਪਰਸੈਂਟ ਹਿੱਸਾ ਸਾਡਾ ਹੋ ਜਾਏਗਾ। ਤੇ ਕਰਤਾ ਪੁਰਖ ਦੀ ਰਚਨਾ 'ਚ ਕਿਤਨੇ ਪਰਸੈਂਟ ਹੋਏਗਾ। ਇੱਥੇ ਤੇ ਬਸ ਇੰਨੀ ਕੁ ਵੰਡ ਹੈ ਕਿ ਅਸੀਂ 4-5 ਭੈਣ ਭਰਾ, 2 ਹੋਵਾਂਗੇ 4 ਹੋਵਾਂਗੇ, ਗਿਣਤੀ ਸਾਡੇ ਕੋਲ। ਤੇ ਪਿਤਾ ਪੁਰਖੀ ਜਾਇਦਾਦ ਦੀ ਵੀ ਮੁੱਲ ਤੁੱਲ ਹੈਗਾ ਇੰਨੀ ਕੁ ਹੈ। ਬ੍ਰਹਮੰਡੀ ਪਸਾਰੇ ਦੇ ਵਿੱਚ ਮੇਰਾ ਕਿਤਨਾ ਹਿੱਸਾ ਹੈ। ਬ੍ਰਹਮੰਡੀ ਪਸਾਰੇ ਵਿੱਚ ਜੋ ਕੁਛ ਵੀ ਹੈ ਉਹਦੇ 'ਚ ਮੇਰਾ ਭਾਗ ਕੀ ਹੈ। ਇਹ ਭਾਗ ਉਹਨਾਂ ਦੇ ਵਿੱਚੋਂ ਅਲੱਗ-ਅਲੱਗ ਫਿਰ ਪਰਿਭਾਸ਼ਿਤ ਕੀਤਾ ਜਾਏਗਾ ਕਿ ਮੇਰਾ ਧਨ ਦਾ ਭਾਗ ਕਿਤਨਾ ਹੈ, ਤੰਦਰੁਸਤੀ ਦਾ ਭਾਗ ਕਿਤਨਾ ਹੈ, ਅਮੀਰੀ ਦਾ ਭਾਗ ਕਿਤਨਾ ਹੈ, ਗਰੀਬੀ ਕਿਤਨੀ ਹੈ, ਮੇਰੇ ਭਾਗਾਂ 'ਚ ਦੁੱਖ ਕਿਤਨਾ ਹੈ, ਮੇਰੇ ਭਾਗਾਂ 'ਚ ਸੁੱਖ ਕਿਤਨਾ ਹੈ। ਇਹ ਸਭ ਕੁਛ ਤੇ ਭਾਗ ਹੈ। ਔਰ ਇਸ ਭਾਗਾਂ ਦੇ ਵਿੱਚ ਹੀ ਸੰਗਤ ਹੈ। ਅੱਜ ਸੰਗਤ ਮਿਲੀ ਹੈ ਨਾ, ਇਹ ਵੀ ਉਹਦੇ ਭਾਗਾਂ ਦੇ ਸਦਕੇ ਹੀ ਹੈ। ਉਸੇ ਭਾਗਾਂ ਦੇ ਸਦਕੇ ਪੜ੍ਹਦੇ ਵੀ ਵਿਣ ਭਾਗਾਂ ਸਤ ਸੰਗ ਨਾ ਲੱਭੈ। ਕੁਝ ਲੋਕ ਨੇ ਜਿਨ੍ਹਾਂ ਦੇ ਭਾਗਾਂ ਵਿੱਚ ਸੰਗਤ ਨਹੀਂ ਹੈ, ਬਾਕੀ ਸਭ ਕੁਛ ਹੈ। ਤੇ ਬਹੁਤੇ ਕੁਝ ਲੋਕ ਉਹ ਨੇ ਜਿਨ੍ਹਾਂ ਦੇ ਭਾਗਾਂ 'ਚ ਸੰਗਤ ਹੁੰਦੀ ਹੈ, ਧਨ ਨਹੀਂ ਹੁੰਦਾ। ਇਹ ਬੜਾ ਬਾਰੀਕ ਜਿਹਾ ਗਣਤ ਹੈ ਜਿਹੜਾ ਸਮਝ ਨਹੀਂ ਆਉਂਦਾ, ਪਰ ਹੈਗਾ ਜ਼ਰੂਰ ਹੈ। ਔਰ ਹੈਗਾ ਲੇਖੇ ਦੇ ਵਿੱਚ ਹੈ, ਕਿਉਂਕਿ ਅੱਜ ਦੇ ਸਰਬ ਜੀਆਂ ਸਿਰਲੇਖ ਤੁਰਾਹੂ। ਤੁਰਾਹੂ ਦਾ ਮਤਲਬ ਧੁਰੋਂ ਹੀ। ਹਰ ਇੱਕ ਜੀ ਦੇ ਸਿਰ 'ਤੇ ਇੱਕ ਧੁਰੋਂ ਹੀ ਲੇਖ ਲਿਖਿਆ ਹੋਇਆ। ਜਿਵੇਂ ਅੱਜ ਕੱਲ੍ਹ ਕਹਿੰਦੇ ਸਾਡਾ ਸਾਰਿਆਂ ਦਾ ਡਾਟਾ ਲਿਖਿਆ ਨੋਟ ਹੈ ਜੀ, ਸਾਡਾ ਹਰ ਇੱਕ ਦਾ ਧੁਰੋਂ ਲਿਖਿਆ ਹੋਇਆ ਲੇਖ ਦਰਜ ਹੈ। ਉਸ ਲੇਖ ਦੇ ਮੁਤਾਬਕ ਜੋ ਮਾਇਨਾ ਨਿਕਲਦਾ ਹੈ ਉਹ ਭਾਗ ਹੁੰਦੇ ਨੇ। ਔਰ ਇਹ ਲੇਖ ਜੋ ਲਿਖੇ ਜਾਂਦੇ ਨੇ ਇਹ ਸਾਡੇ ਕਰਮਾਂ ਦੇ ਮੁਤਾਬਕ ਲਿਖੇ ਜਾਂਦੇ ਨੇ। ਇਸੇ ਕਰਕੇ ਦਾਰਸ਼ਨਿਕ ਲੋਕਾਂ ਦਾ ਇੱਕ ਹਿੱਸਾ ਜੋ ਕਦੇ ਕਦੇ ਕਹਿੰਦਾ ਨਾ, ਦੇਖੋ ਜੀ ਆਪਣੀ ਕਿਸਮਤ ਆਪ ਬਦਲ ਸਕਦੇ ਹੋ, ਅਸੀਂ ਲਿਖ ਲਿਆ, ਇਹ ਕਿੱਦਾਂ ਹੋ ਸਕਦਾ ਹੈ। ਕਈ ਦਾਰਸ਼ਨਿਕ ਜਿਹਨੂੰ ਅਸੀਂ ਕਦੇ ਕਦੇ ਨਾਸਤਿਕ ਕਹਿ ਦੇਨੇ ਹੁੰਦੇ ਹਾਂ, ਉਹ ਕਹਿੰਦੇ ਲਓ ਜੀ ਕਿਸਮਤ ਹੈ ਤੁਹਾਡੇ ਹੱਥ ਹੈ, ਬਦਲ ਲਓ।
ਆਪਣੀ ਕਿਸਮਤ ਆਪ ਬਦਲ ਸਕਦੇ ਹੋ। ਸਾਧਾਰਨ ਵਿਅਕਤੀ ਕਹਿੰਦਾ ਕਿੱਦਾਂ ਹੋ ਜਾਏਗਾ, ਕਿਸਮਤ ਤੇ ਰੱਬ ਲਿਖਦਾ ਹੈ, ਕਿਸਮਤ ਤੇ ਰੱਬ ਲਿਖਦਾ ਹੈ। ਪਰ ਸੱਚੋ ਕਹਿੰਦੇ ਨੇ ਕਿਸਮਤ ਰੱਬ ਹੀ ਲਿਖਦਾ ਹੈ, ਪਰ ਬਦਲ ਤੁਸੀਂ ਸਕਦੇ ਹੋ। ਕਿਸ ਤਰ੍ਹਾਂ ਜੀ? ਇਸ ਤਰ੍ਹਾਂ ਬਦਲ, ਅੱਜ ਤੋਂ ਆਪਣੇ ਕਰਮ ਬਦਲ ਦਿਓ, ਆਪਣੀ ਕਿਰਤ ਨਾ ਬਦਲੋ, ਅੱਜ ਤੋਂ ਹੀ ਆਪਣੇ ਕਰਮ ਬਦਲ ਦਿਓ। ਜੇ ਅੱਜ ਤੋਂ ਕਰਮ ਬਦਲਣੇ ਸ਼ੁਰੂ ਕਰ ਦਿਓਗੇ ਤੇ ਕਰਮਾਂ ਦਾ ਜੋ ਰਿਜ਼ਲਟ ਹੈ ਉਹ ਬਦਲਣਾ ਸ਼ੁਰੂ ਹੋ ਜਾਏਗਾ ਨਾ। ਤੇ ਜੇ ਕਰਮਾਂ ਦਾ ਰਿਜ਼ਲਟ ਬਦਲ ਗਿਆ, ਲੇਖ ਬਦਲ ਗਏ, ਲੇਖ ਬਦਲ ਗਏ, ਭਾਗ ਬਦਲ ਗਏ। ਅੱਜ ਤੋਂ ਅਸੀਂ ਚੰਗੇ ਕੰਮ ਕਰਨੇ ਸ਼ੁਰੂ ਕਰ ਦਈਏ, ਨਤੀਜਾ ਬਦਲਣਾ ਸ਼ੁਰੂ ਹੋ ਜਾਏਗਾ। ਅੱਜ ਤੋਂ ਅਸੀਂ ਮੰਦੇ ਕੰਮ ਕਰਨਾ ਸ਼ੁਰੂ ਕਰ ਦਈਏ, ਨਤੀਜਾ ਬਦਲਣਾ ਸ਼ੁਰੂ ਹੋ ਜਾਏਗਾ। ਔਰ ਇਹੀ ਕਹਿੰਦੇ ਨੇ ਕਿ ਹਰ ਇੱਕ ਜੀ ਦੇ ਹਰ ਵਕਤ ਸਿਰ 'ਤੇ ਲੇਖ ਲਿਖੇ ਹੁੰਦੇ ਨੇ। ਸਰਬ ਜੀਆਂ ਸਿਰ ਲੇਖ ਧੁਰਾਹੋਂ, ਬਿਨ ਲੇਖੈ ਨਹੀਂ ਕੋਈ ਜੀਓ। ਲੇਖਾਂ ਤੋਂ ਬਿਨਾਂ ਕੋਈ ਵੀ ਨਹੀਂ ਹੈ। ਬੜਾ ਪਿਆਰਾ ਜਿਹਾ ਬਚਨ ਕਦੇ ਕਦੇ ਪਾਠ ਕਰਦਿਆਂ ਪੜ੍ਹਿਆ ਗਿਆ, ਹਰੇ ਮਨ ਲੇਖੇ ਚੱਲ ਹੈ, ਲੇਖੇ ਬੈਸੈ ਹੈ, ਲੇਖੇ ਲੈਂਦਾ ਸਾਹ ਹੈ। ਸਾਡਾ ਚੱਲਣਾ ਵੀ ਲੇਖੇ ਵਿੱਚ ਹੈ, ਸਾਡਾ ਬੈਠਣਾ ਵੀ ਲੇਖੇ ਵਿੱਚ ਹੈ, ਸਾਡੇ ਸਾਹ ਵੀ ਲੇਖੇ ਦੇ ਵਿੱਚ ਨੇ। ਪਰ ਸਾਡਾ ਹਰ ਚੀਜ਼ ਦਾ ਸਮਾਂ ਨਿਯਤ ਹੈ, ਨਿਰਧਾਰਿਤ ਹੈ। ਹੌਲੀ ਹੌਲੀ ਜਿਉਂ-ਜਿਉਂ ਸਮਝ ਆ ਜਾਂਦੀ ਇਹਨਾਂ ਚੀਜ਼ਾਂ ਦੀ, ਫਿਰ ਦੁੱਖ ਮਿਟ ਜਾਂਦਾ ਹੈ। ਇਸੇ ਕਰਕੇ ਗੁਰਮੁਖ ਗਿਆਨੀ ਦੁਖੀ ਨਹੀਂ ਹੁੰਦੇ। ਉਹਨਾਂ ਨੂੰ ਪਤਾ ਹੁੰਦਾ ਹੈ ਹੁਕਮ ਹੈ, ਮਿਲਣਾ ਹੈ, ਇਹਨੇ ਮਿਲ ਜਾਣਾ ਹੈ, ਵਿਛੜਨਾ ਹੈ, ਵਿਛੜ ਜਾਣਾ ਹੈ। ਕਿਉਂਕਿ ਮਿਲਣਾ ਅਤੇ ਵਿਛੜਨਾ ਲੇਖਾਂ ਮੁਤਾਬਕ ਹੈ, ਹੁਕਮ ਦੇ ਮੁਤਾਬਕ ਹੈ। ਆਪਾਂ ਇਹਨੂੰ ਸੰਜੋਗਾਂ ਮੁਤਾਬਕ ਕਹਿੰਦੇ, ਵਿਜੋਗਾਂ ਮੁਤਾਬਕ ਕਹਿੰਦੇ ਆ। ਅਲੱਗ-ਅਲੱਗ ਗੱਲਾਂ ਦੇ ਰਾਹੀਂ, ਅਲੱਗ-ਅਲੱਗ ਚੀਜ਼ਾਂ ਦੇ ਰਾਹੀਂ ਇਹਨਾਂ ਨੂੰ ਪਰਿਭਾਸ਼ਿਤ ਕਰਕੇ ਸਾਨੂੰ ਸਮਝਾਇਆ ਜਾਂਦਾ, ਭਾਈ ਇਹ ਗੱਲ ਸਮਝ ਲਓ। ਹਰ ਇੱਕ ਜੀ ਦੇ ਸਿਰ 'ਤੇ ਲੇਖ ਹੈ, ਇਹ ਗੱਲ ਅਸੀਂ ਸਮਝ ਲਈਏ। ਸਾਡੇ ਘਰ ਕੁਝ ਘਟਨਾਵਾਂ, ਕੁਝ ਸਾਖੀਆਂ ਨੇ ਜਿਹੜੀਆਂ ਇਸ ਗੱਲ ਨੂੰ ਹੋਰ ਸਾਬਤ ਕਰਦੀਆਂ ਵੀ ਸਾਡੇ ਲੇਖ ਨੇ। 6ਵੇਂ ਪਾਤਸ਼ਾਹ ਸਾਹਿਬ ਦੇ ਹਜ਼ੂਰ ਉਹ ਬੀਬੀ ਸੁਲੱਖਣੀ ਆਈ ਹੈ, ਜਿਹਨੇ ਸੰਤਾਨ ਦੀ ਗੱਲ ਕੀਤੀ, ਮਹਾਰਾਜ ਮੇਰੇ ਘਰ ਕੋਈ ਧੀ ਪੁੱਤਰ ਨਹੀਂ ਹੈ, ਮੈਨੂੰ ਸੰਤਾਨ ਚਾਹੀਦੀ ਹੈ। ਅਤੇ ਮਹਾਰਾਜ ਕਹਿੰਦੇ ਨੇ, ਬੀਬਾ ਤੇਰੇ ਤੇ ਭਾਗਾਂ 'ਚ ਲਿਖਿਆ ਹੀ ਨਹੀਂ। ਇਹ ਗੱਲ ਅਸੀਂ ਬੜੀ ਵਾਰ ਸਾਖੀ 'ਚ ਪੜ੍ਹੀ ਅਤੇ ਸੁਣੀ ਆ। ਉਹਨੇ ਕਿਹਾ, ਮਹਾਰਾਜ ਇਹ ਤਾਂ ਗੱਲ ਬਹੁਤਿਆਂ ਨੇ ਕਹੀ, ਕਈਆਂ ਗਿਆਨੀਆਂ ਨੇ, ਕਈਆਂ ਜੋਤਸ਼ੀਆਂ ਵੀ ਕਹਿਤੀ ਕਿ ਤੇਰੇ ਭਾਗਾਂ 'ਚ ਨਹੀਂ ਲਿਖਿਆ। ਕਹਿਣ ਲੱਗੇ ਉਹਨਾਂ ਠੀਕ ਹੀ ਤੇ ਕਿਹਾ ਹੈ, ਤੇਰੇ ਭਾਗਾਂ 'ਚ ਨਹੀਂ ਲਿਖਿਆ। ਔਰ ਇਹੀ ਸਾਡੇ ਸਭ ਕੁਝ ਹੈ। ਅਸੀਂ ਮੰਗ ਰੱਖਦੇ ਹਾਂ ਆਹ ਚੀਜ਼ ਮੈਨੂੰ ਮਿਲੇ, ਪਰ ਭਾਗਾਂ 'ਚ ਲਿਖੀ ਹੋਏਗੀ ਤੇ ਮਿਲ ਜਾਏਗੀ, ਨਹੀਂ ਭਾਗਾਂ 'ਚ ਲਿਖੀ ਤੇ ਨਹੀਂ ਮਿਲੇਗੀ। ਇਹ ਤਾਂ ਗਿਆਨ ਮੰਡਲ ਦੀ ਗੱਲ ਹੈ, ਜਿਹਨੂੰ ਅਸੀਂ ਗਿਆਨ ਖੰਡ ਕਹਿੰਦੇ ਹਾਂ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਹੁੰਦਾ ਹੈ, ਉੱਥੇ ਪ੍ਰਚੰਡਤਾ ਪ੍ਰਾਪਤ ਹੋ ਜਾਂਦੀ ਹੈ। ਫਿਰ ਇੱਕ ਪੱਖ ਸਾਡਾ ਅੱਗੇ ਬਚਦਾ, ਜਿਹੜਾ ਗੁਰੂ ਨਾਨਕ ਦਾ ਪੱਖ ਹੈ, ਜੋ ਗੁਰੂ ਦੇ ਨਾਲ ਸੰਬੰਧਿਤ ਹੈ। ਯਾਦ ਰੱਖਣਾ, ਇਹ ਲੇਖ ਅਤੇ ਗਿਆਨ ਗੁਰੂ ਦੇ ਨਾਲ ਸੰਬੰਧਿਤ ਹੁੰਦਿਆਂ ਹੋਇਆਂ ਵੀ ਗੁਰੂ ਦੇ ਨਾਲ ਜੁੜੇ ਹੋਏ ਨਹੀਂ ਦੇ। ਅਸੀਂ ਜਿੱਥੇ ਪਹੁੰਚਣਾ ਹੈ, ਇਸੇ ਕਰਕੇ ਅਸੀਂ ਲੇਖ ਅਤੇ ਭਾਗਾਂ ਦੇ ਵਿੱਚ ਰਹਿੰਦੇ ਹੋਏ ਵੀ, ਗਿਆਨ ਖੰਡ ਦੇ ਵਿੱਚ ਰਹਿੰਦੇ ਹੋਏ ਵੀ ਅਸੀਂ ਕਿਸੇ ਹੋਰ ਖੰਡ ਵਿੱਚ, ਕਿਸੇ ਹੋਰ ਹਿੱਸੇ 'ਚ ਪ੍ਰਵੇਸ਼ ਕਰ ਜਾਂਦੇ ਹਾਂ। ਉਹ ਹੈ ਨਦਰ ਦਾ ਖੇਤਰ, ਉਹ ਹੈ ਕਿਰਪਾ ਦਾ ਪੱਖ। ਅਸੀਂ ਇੱਥੇ ਬਹਿ ਕੇ ਕਦੇ ਇਹ ਤਾਂ ਨਹੀਂ ਅੱਜ ਤੱਕ ਸੁਣਿਆ, ਸ਼ਾਇਦ ਆਪਨੇ ਕਦੇ ਸੁਣਿਆ ਹੋਵੇ ਤਾਂ ਮੈਨੂੰ ਪਤਾ ਨਹੀਂ, ਵੀ ਇੱਥੇ ਆ ਕੇ ਗੁਰੂ ਨੂੰ ਕਿ ਮਹਾਰਾਜ ਮੇਰੇ ਜੋ ਭਾਗਾਂ 'ਚ ਉਹ ਦੇ ਦਿਓ। ਕਦੇ ਐਸਾ ਸੁਣਿਆ ਜੇ ਵੀ ਮੇਰੇ ਜੋ ਭਾਗਾਂ 'ਚ ਹੈ ਦਿਓ? ਨਹੀਂ। ਅਸੀਂ ਕਹਿੰਦੇ ਇਹ ਨਹੀਂ, ਮਹਾਰਾਜ ਕਿਰਪਾ ਕਰਕੇ ਦਿਓ, ਮੈਨੂੰ ਆਹ ਜ਼ਰੂਰਤ ਹੈ, ਆਹ ਮੇਰੀ ਮੰਗ ਹੈ, ਮੇਰੀ ਕਾਮਨਾ, ਆਪਾਂ ਸੁਖਣਾ ਪੰਜਾਬੀ 'ਚ ਕਹਿੰਦੇ ਨੇ, ਆਹ ਮੇਰੀ ਸੁਖਣਾ ਹੈ, ਸਾਡੀ ਜ਼ਰੂਰਤ ਹੈ, ਮਹਾਰਾਜ ਕਿਰਪਾ ਕਰਕੇ ਪੂਰੀ ਕਰ ਦਿਓ। ਅਸੀਂ ਇਹ ਥੋੜ੍ਹਾ ਕਹਿੰਦੇ ਕਿ ਮੇਰੇ ਲੇਖਾਂ 'ਚ ਭਾਗਾਂ 'ਚ ਦਿਓ, ਨਹੀਂ। ਕਿਉਂਕਿ ਲੇਖਾਂ ਭਾਗਾਂ 'ਚ ਹੋਇਆ ਫਿਰ ਤੇ ਮਿਲ ਹੀ ਜਾਣਾ ਹੈ, ਫਿਰ ਤੇ ਹੁਣ ਤੱਕ ਮਿਲਿਆ ਹੋਣਾ ਸੀ। ਅੱਜ ਤੱਕ ਜੇ ਚੀਜ਼ ਨਹੀਂ ਮਿਲੀ, ਸਾਡੀ ਜ਼ਰੂਰਤ ਹੈ, ਇਹਦਾ ਮਤਲਬ ਹੈ ਕਿ ਅੱਜ ਤੱਕ ਦੇ ਮੇਰੇ ਲੇਖਾਂ ਭਾਗਾਂ ਵਿੱਚ ਉਹ ਨਹੀਂ ਸੀ, ਪਰ ਮੈਨੂੰ ਤੇ ਲੋੜ ਹੈ। ਫਿਰ ਮੈਂ ਗੁਰੂ ਕਹੂੰ ਨਾ, ਮਹਾਰਾਜ ਨਹੀਂ, ਮੇਰੇ ਲੇਖਾਂ ਭਾਗਾਂ ਦੀ ਗੱਲ ਨਹੀਂ ਹੈ, ਮੈਂ ਤੁਹਾਡੇ ਕੋਲ ਲੇਖਾਂ ਅਤੇ ਭਾਗਾਂ ਤੋਂ ਅੱਗੇ ਜਾ ਕੇ ਕਹਿੰਦਾ, ਮਹਾਰਾਜ ਕਿਰਪਾ ਕਰਕੇ ਦੇ ਦਿਓ। ਕਿਉਂਕਿ ਜਦੋਂ ਅਸੀਂ ਕਿਸੇ ਤੋਂ ਕੁਝ ਦਾਨ ਮੰਗਦੇ ਨਾ, ਉਹ ਲੇਖੇ 'ਚ ਨਹੀਂ ਹੁੰਦਾ। ਅੱਜ ਵੀ ਅਸੀਂ ਆ ਵੇਖਿਆ ਵਪਾਰ ਖੇਤਰ ਦੇ ਵਿੱਚ ਆਪਣੇ ਸੱਜਣਾ ਮਿੱਤਰਾਂ, ਭੈਣ ਭਰਾਵਾਂ, ਤੁਸੀਂ ਦੇਖਦੇ ਆ, ਅਸੀਂ ਇੱਕ ਤੇ ਲੈਨੇ ਆ ਉਧਾਰ, ਵੀ ਭਾਈ ਮੈਨੂੰ ਉਧਾਰ ਦੇ ਦੇ, ਲਿਖ ਲਾ ਭਾਈ,
ਬੈਂਕਾਂ ਤੋਂ ਆਪਾਂ ਲੈਂਦੇ ਹਾਂ, ਇੱਕ ਪਰਿਵਾਰਾਂ ਤੋਂ ਲੈਂਦੇ, ਇੱਕ ਉਧਾਰ ਲੈਂਦੇ, ਲਿਖ ਲੈਂਦੇ ਹਾਂ। ਔਰ ਇੱਕ ਕਹਿੰਦੇ ਨਾ ਭਾਈ ਮੈਂ ਲੋੜਵੰਦ ਹਾਂ, ਮੇਰੀ ਮਦਦ ਕਰ ਦਿਓ। ਦੋ ਪ੍ਰਕਾਰ ਦੇ ਲੋਕ ਆਉਂਦੇ ਨਾ। ਇੱਕ ਕਹਿੰਦਾ ਮੈਨੂੰ ਉਧਾਰ ਦੇ 10 ਰੁਪਏ 100 ਰੁਪਏ ਜਿੰਨੇ ਵੀ ਦੀ ਸਮਰੱਥਾ ਜੋ ਉਹਦੀ ਮੰਗ ਹੈ, ਮੈਨੂੰ ਉਧਾਰ ਦੇ ਦਿਓ। ਉਧਾਰ ਨੂੰ ਅਸੀਂ ਨੋਟ ਕਰ ਲੈਂਦੇ ਵੀ ਫਲਾਣੇ ਬੰਦੇ ਨੂੰ ਫਲਾਂ ਤਾਰੀਖ ਨੂੰ ਇੰਨਾ ਕੁਝ ਅਸੀਂ ਉਧਾਰ ਦਿੱਤਾ। ਅਤੇ ਦੂਜਾ ਬੰਦਾ ਕਹਿੰਦਾ ਕਿ ਮੇਰੀ ਮਦਦ ਕਰ ਦਿਓ। ਮਦਦ ਵੀ ਅਸੀਂ ਉਨੀ ਹੀ ਕਰ ਦਿੰਦੇ ਹਾਂ। ਅਤੇ ਜੋ ਮਦਦ ਕਰ ਦਿੰਦੇ ਹਾਂ ਫਿਰ ਅਸੀਂ ਲਿਖਦੇ ਨਹੀਂ ਗੇ, ਕਿਉਂਕਿ ਮਦਦ ਦਾ ਮਤਲਬ ਉਧਾਰ ਨਹੀਂ ਹੈ। ਮਦਦ ਦਾ ਮਤਲਬ ਤੁਸੀਂ ਦਿੱਤਾ ਹੈ, ਬਸ ਦੇ ਦਿੱਤਾ ਹੈ, ਲੈਣਾ ਨਹੀਂ ਹੈ। ਨਾ ਉਹਨੇ ਮੋੜਨਾ ਜੇ, ਕਿਉਂਕਿ ਉਹਨੇ ਮਦਦ ਮੰਗੀ, ਉਹਨੇ ਉਧਾਰਾ ਨਹੀਂ ਮੰਗਿਆ। ਅਤੇ ਮਦਦ ਦਾ ਮਤਲਬ ਇਹ ਹੈ ਤੁਸੀਂ ਜਿੰਨੀ ਉਹਦੀ ਆ ਮਦਦ ਕਰ ਸਕਦੇ ਹੋ। ਸਾਡੇ 'ਚ ਕਦੇ ਕਿਤੇ ਆਪਾਂ ਦੇਖਦੇ ਨਾ ਅਨਾਊਂਸਮੈਂਟ ਹੁੰਦੇ ਸੰਗਤਾਂ 'ਚ ਵੀ ਭਾਈ ਫਲਾਣਾ ਬੰਦਾ ਲੋੜਵੰਦ ਸੰਗਤ ਵਿੱਚ ਆਇਆ ਹੈ, ਜੋ ਸਰਦਾ ਬਣਦਾ ਹੈ ਉਹਦੀ ਮਦਦ ਕਰ ਦਿਓ। ਅਤੇ ਜੋ ਸਰਦਾ ਬਣਦਾ ਮਤਲਬ ਕੋਈ ਜ਼ਬਰਦਸਤੀ ਨਹੀਂ ਕਿ 100 ਹੀ ਦਿਓ। ਹੋ ਸਕਦਾ ਤੁਸੀਂ 1 ਰੁਪਈਆ ਵੀ ਦੇ ਦਿਓ, ਅਤੇ ਹੋ ਸਕਦਾ ਕੋਈ ਲੱਖ ਵੀ ਦੇ ਜਾਏ। ਇਸ ਕਰਕੇ ਉਹ ਵਾਪਸੀ ਨਹੀਂ ਹੈ। ਮਦਦ ਮਤਲਬ ਵਾਪਸੀ ਨਹੀਂ ਹੈ। ਅਸੀਂ ਜੋ ਗੁਰੂ ਤੋਂ ਮੰਗਦੇ ਹਾਂ ਮਹਾਰਾਜ, ਮਦਦ ਮੰਗਦੇ ਹਾਂ, ਸਹਾਇਤਾ ਮੰਗਦੇ ਹਾਂ, ਅਸੀਂ ਵਾਪਸੀ ਦਾ ਕੋਈ ਲੇਖਾ ਨਹੀਂ ਦੇਣਾ। ਦੁਨੀਆ ਦੇ ਵਿੱਚ ਜੋ ਅਸੀਂ ਲੈਣਾ ਦੇਣਾ ਉਹ ਕਰਮ ਖੇਤਰ 'ਚ ਲੇਖਾ ਦੇਣਾ ਪੈਣਾ ਹੈ। ਜੇ ਅੱਜ ਕਿਸੇ ਕਰਮਖੰਡ ਜਿਹੜਾ ਹੈ ਨਾ ਉਹ 'ਚ ਲੇਖਾ ਲੈਣਾ ਹੁੰਦਾ, ਲੇਖਾ ਦੇਣਾ ਹੁੰਦਾ। ਔਰ ਬੜੇ ਦ੍ਰਿਸ਼ਟਾਂਤ ਦਿੱਤੇ ਗਏ ਨੇ, ਉਹ 'ਚ ਲੇਖਾ ਲਿਆ ਜਾਂਦਾ, ਲੇਖਾ ਦਿੱਤਾ ਜਾਂਦਾ ਹੈ, ਕਰਨਾ ਪੈਣਾ। ਪਰ ਅਸਾਂ ਨੂੰ ਗੁਰੂ ਨਾਨਕ ਨੇ ਕੁੱਚਾ ਮੰਡਲ ਦਿੱਤਾ ਹੈ, ਪਰ ਬਾਵਜੂਦ ਇਸ 'ਤੇ ਸਾਨੂੰ ਸਮਝ ਤੇ ਹੋਣੀ ਚਾਹੀਦੀ ਨਾ। ਜੋ ਕੁਝ ਅੱਜ ਤੱਕ ਸਾਡੇ ਕੋਲ ਹੈ ਇਹ ਸਾਡੇ ਲੇਖਾਂ ਕਰਕੇ ਹੈ। ਅਸੀਂ ਇਹ ਤੋਂ ਇੱਕ ਟੋਨ ਉੱਚਾ ਜਾਣਾ ਚਾਹੁੰਦੇ ਹਾਂ, ਇੱਕ ਸਟੈਪ ਉੱਚਾ ਜਾਣਾ ਚਾਹੁੰਦੇ ਹਾਂ, ਜਿੱਥੇ ਲੇਖ ਨਹੀਂ ਗੇ, ਉਹ ਅਲੇਖ ਹੈ। ਪਰ ਸਮਝ ਆ ਜਾਏ ਲੇਖਾਂ ਤੋਂ ਬਿਨਾਂ ਹੈ ਕੋਈ ਨਹੀਂ। ਮਤਾਂ ਕੋਈ ਕਹੇ ਕਿ ਮੇਰੇ ਲੇਖ ਤੇ ਤੁਹਾਡੇ ਲੇਖ ਸਭ ਦੇ ਲੇਖ ਨੇ। ਬੜੀ ਇਤਿਹਾਸਿਕ ਨਿੱਕੀ ਜਿਹੀ ਘਟਨਾ ਹੈ, ਸ਼ਾਇਦ ਆਪਨੇ ਕਦੇ ਪੜ੍ਹੀ ਹੋਵੇ। ਸਾਡੇ ਵਡੇਰਿਆਂ ਸ਼ਹੀਦਾਂ 'ਚੋਂ 2 ਨਾਮ ਨੇ ਪਿਤਾ ਪੁੱਤਰਾਂ ਦੇ, ਦੋਨੋਂ ਪੜ੍ਹੇ ਲਿਖੇ ਆਲਮ ਆਪਣੇ ਵਕਤ ਦੇ, ਸਰਦਾਰ ਸੁਬੇਗ ਸਿੰਘ ਅਤੇ ਸਰਦਾਰ ਸ਼ਾਹਬਾਜ਼ ਸਿੰਘ। ਸੁਬੇਗ ਸਿੰਘ ਵਕਤ ਦੇ ਕੋਤਵਾਲ ਨੇ ਲਾਹੌਰ ਦੇ। ਜਦੋਂ ਭਾਈ ਤਾਰੂ ਸਿੰਘ ਸ਼ਹੀਦ ਹੋ ਰਹੇ ਨੇ ਅਤੇ ਉਦੋਂ ਵੀ ਉਹ ਵੱਡੇ ਅਫਸਰ ਨੇ। ਮੁਗਲ ਦਰਬਾਰ ਵਿੱਚ ਜ਼ਕਰੀਆ ਖਾਨ ਵਰਗਿਆਂ ਦੇ ਦਰਬਾਰ ਵਿੱਚ ਉਹਨਾਂ ਦੀ ਪਕੜ ਤੇ ਪੈਠ ਹੈ। ਔਰ ਕੋਈ ਵਕਤ ਸੀ ਜਦੋਂ ਖਾਲਸਾ ਪੰਥ ਦੀ ਸਰਕਾਰ ਜੋ ਅਤੇ ਮੁਗਲ ਸਰਕਾਰ ਦੇ ਵਿੱਚ ਲਿੰਕ ਦਾ ਕੰਮ ਕਰਦੇ ਸਨ। ਪਰ ਚਲੋ ਸਮਾਂ ਬਣਿਆ ਉਹ ਵੀ ਗ੍ਰਿਫਤਾਰ ਹੋ ਗਏ। ਇੱਕੋ ਹੀ ਮਸਲਾ ਰੱਖਦਾ ਗਿਆ ਮੁਸਲਮਾਨ ਬਣ ਜੋ ਜਾਂ ਸ਼ਹੀਦ, ਉਹਨਾਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ। ਪਿਤਾ ਪੁੱਤਰ ਨੂੰ ਚਰਖੜੀ 'ਤੇ ਚਾੜ ਦਿੱਤਾ ਗਿਆ। ਹਰ ਚਰਖੜੀ ਦੇ ਚੱਕਰ ਤੋਂ ਬਾਅਦ ਦੇ ਵਿੱਚ ਸੱਟਾਂ ਲੱਗਦੀਆਂ ਨੇ, ਹੱਡੀਆਂ ਟੁੱਟਦੀਆਂ ਨੇ, ਸੁਭਾਵਿਕ ਹੈ। ਹੁਣ ਚਰਖੜਾਸਿਆਂ ਤੋਂ ਤਸਵੀਰਾਂ ਵੇਖੀਆਂ ਨਾ ਚਰਖੜੀ ਦੀਆਂ, ਕਦੇ ਕਲਪਨਾ ਕਰੇ ਵੀ ਉਹ ਅਸਲੀਅਤ ਵਿੱਚ ਕਿਸ ਨਾਲ ਵਰਤ ਰਹੀ ਅਤੇ ਕੀ ਹੁੰਦਾ ਹੈ। ਸਰੀਰ ਦਾ ਇੱਕ ਹੱਡੀ ਟੁੱਟਦੀ ਹੈ, ਅੰਗ ਫਸਦਾ ਹੈ। ਇਸ ਹਾਲਾਤਾਂ ਦੇ ਵਿੱਚ ਰਹਿ ਕੇ ਵੀ ਟਿਕੇ ਰਹਿਣਾ ਔਖਾ ਬਹੁਤ ਹੁੰਦਾ ਹੈ। ਹਰ ਵਾਰ ਪੁੱਛਦੇ ਨੇ ਕੀ ਗੱਲ ਮੰਨਦੇ ਹੋ, ਕਿ ਹਾਂ ਕਰਦੇ ਹੋ। ਸ਼ਾਹਬਾਜ਼ ਸਿੰਘ ਜੇ ਨੌਜਵਾਨ ਸੀ ਬੱਚਾ, ਬਹੁਤੀ ਪੀੜਾ ਨਾ ਸਹਿ ਪਾਇਆ ਅਤੇ ਬੇਸੁਰਤ ਹੋ ਗਿਆ। ਉਹਨਾਂ ਬਾਰ-ਬਾਰ ਪੁੱਛਿਆ ਕਿ ਸਾਡੀ ਗੱਲ ਮੰਨਦਾ ਹੈ, ਕਿ ਸਾਡੀ ਗੱਲ ਮੰਨਦਾ ਹੈ। ਉਸੇ ਨੀਮ ਬੇਹੋਸ਼ੀ ਦੇ ਆਲਮ 'ਚ ਸਿਰ ਉਲਰ ਗਿਆ, ਉਹਦਾ ਬੇਹੋਸ਼ ਹੋ ਗਿਆ। ਉਹਨਾਂ ਤਾੜੀ ਵਜਾਤੀ, ਮੰਨ ਗਿਆ ਮੰਨ ਗਿਆ ਮੰਨ ਗਿਆ। ਵੀ ਦੇਖੋ ਸਿਰ ਹਾਮੀ 'ਚ ਉਲਰ ਗਿਆ, ਉਹ ਬੇਹੋਸ਼ ਹੋ ਗਿਆ, ਇਹਨੇ ਹਾਮੀ ਭਰਾਤੀ, ਮੰਨ ਗਿਆ ਮੰਨ ਗਿਆ। ਚਰਖੜੀ ਤੋਂ ਲਾ ਦਿੱਤਾ ਗਿਆ ਵੀ ਸਾਡੀ ਗੱਲ ਮੰਨ ਕੇ। ਜਦੋਂ ਚਰਖੜੀ ਉਤਾਰਤਾ, ਬੇਹੋਸ਼ ਪਿਆ ਜ਼ਮੀਨ 'ਤੇ, ਜੋ ਕੋਤਵਾਲ ਸੀ ਉਸ ਵਕਤ ਮੌਕੇ 'ਤੇ ਬਣਿਆ, ਉਹ ਸੁਬੇਗ ਸਿੰਘ ਕੋਲ ਗਿਆ। ਕਹਿਣ ਲੱਗੇ ਸੁਬੇਗ ਸਿੰਘ ਦੇਖ, ਤੂੰ ਕਹਿੰਦਾ ਮੇਰਾ ਪੁੱਤਰ ਬੜਾ ਚੰਗਾ, ਮੈਂ ਪੁੱਤਰ ਦਾ ਮਾਣ ਕਰਦਾ, ਤੇਰਾ ਪੁੱਤਰ ਤੇ ਮੰਨ ਗਿਆ ਹੀ, ਕਿਉਂਕਿ ਇਕੱਠੇ ਅਫਸਰ ਰਹੇ ਸਨ। ਤੇਰਾ ਪੁੱਤਰ ਤੇ ਮੰਨ ਗਿਆ ਇਸਲਾਮ ਨੂੰ, ਹੁਣ ਤੂੰ ਵੀ ਖਹਿੜਾ ਛੱਡ, ਤੂੰ ਵੀ ਮੰਨ ਜਾ, ਜਾਨ ਬਚਾਓ, ਪਿਓ ਪੁੱਤਰ ਤੇ ਘਰ ਜਾਓ। ਸੁਬੇਗ ਸਿੰਘ ਕਹਿਣ ਲੱਗਾ ਐਸਾ ਨਹੀਂ ਹੋ ਸਕਦਾ। ਕਹਿਣ ਲੱਗਾ ਨਹੀਂ ਹੋ ਗਿਆ, ਦੇਖ ਚਰਖੜੀ ਤੋਂ ਉਤਾਰਤਾ ਗਿਆ। ਸੁਬੇਗ ਸਿੰਘ ਕਹਿਣ ਲੱਗਾ ਅਫਸਰ ਨੂੰ ਕਿ ਅੱਛਾ ਇੱਕ ਕੰਮ ਕਰ, ਆਪਾਂ ਇਕੱਠੇ ਰਹੇ ਹਾਂ, ਅਫਸਰੀ ਵੀ ਇਕੱਠਿਆਂ ਕੀਤੀ ਹੈ, ਹੁਣ ਹੁਕਮ ਦੇ ਮੁਤਾਬਕ ਠੀਕ ਹੈ ਮੈਂ ਇਸ ਵਕਤ ਕੈਦੀ ਹਾਂ, ਤੂੰ ਮੇਰਾ ਅਫਸਰ ਹੋ ਗਿਆ, ਪਰ ਜੇ ਤੂੰ ਥੋੜ੍ਹਾ ਬਹੁਤਾ ਕਰ ਸਕਦਾ ਤੇ ਇੰਨਾ ਕਰ ਦੇ ਕਿ ਮੈਨੂੰ ਇੱਕ ਵਾਰੀ ਚਰਖੜੀ ਤੋਂ ਖੋਲ ਉਤਾਰ ਅਤੇ ਉਹਦੇ ਕੋਲ ਲੈ ਚੱਲ, ਮੈਂ ਦੇਖਣਾ ਚਾਹੁੰਦਾ ਉਹਨੂੰ। ਐਡੀ ਦੂਰੋਂ ਮੈਨੂੰ ਸਮਝ ਨਹੀਂ ਆ ਰਹੀ, ਮੈਂ ਦੇਖਣਾ ਚਾਹੁੰਦਾ।
अपनी पुरानी मित्रता का वास्ता पा के अपनी चरखड़ उत्ते खुलाया। दो बंदियां फड़ के उहदे कोल लैके गए। खलोण जोगे ते ताकत सुबेग सिंह विच भी नहीं है। देखिया पुत्र जमीन ते बेहोश पिया होया। कह लगे ने की आख्या? कह लगे आख्या तो कुछ नहीं, पर जदों काजी साहब ने पूछा सी कि इस्लाम स्वीकार स्वीकार तो इहने सिर झुकाता तो उत्थे बेहोश हो गया। कह लगा मूँह बोल के तो कुछ नहीं किया ना इन्हें? कह लगे नहीं। कह लगे कुछ नहीं हुआ। फिर मैं थोड़ा कदम होर अगे ले जाओ। थोड़ा अगे होर लै गए। कहते ने शाहबाज सिंह जमीन ते बेहोशी च पए ने। सुबेग सिंह कोल खड़े ने ते हौली हौली पैर उच्चा उठाया वधाया, अपना पैर उहदे मस्तक ते रगड़ दिता है, मत्थे ते रगड़ दिता है, जिवें कोई मिटाया हुंदा है। मिटा दिता, रगड़ दिता। कहने लगे हुण जरा पानी छिट्टे मार के होश विच लैके आओ। होश विच लिआंदा। शाहबाज सिंह होश विच आए। उन्होंने फिर पूछा कि इस्लाम कबूल है? कहने लगा नहीं, मैनूं कबूल नहीं है। कहने लगे हुणे तो तू कबूल किया? कहने लगा मैं थोड़ा किया है। जिहड़ा वक्त दा अफसर सी कोतवाल कहने लगा सुबेग सिंह तू की कीता है? तू कोई मंत्र पढ़े है? तू जादू किया है कोई? ये मन गया सी, ये साडी गल मन गया सी, काजी साहब की गल मन गया सी, सिर झुकाता सी, पर तू कोई जरूर कलाम अपना पढ़े है, तू मंत्र पढ़े है? कहने लगा हाँ मैं बिल्कुल मंत्र पढ़े है। कहना किहड़ा पढ़े? कहने अपने गुरु का मंत्र पढ़े है। कहने लगा कीता की? कहने लगा असल च दसां, तुहाडी संगत विच पिछले 15 सालों तो रह रहे है, पढ़ रहे है। साडा काजी साहब का घरां च आउण जाण है, उहदी गोद च खेडिया होया है, उहदे मदरसे च पढ़दा पिया, उहदे संस्कारां दा प्रभाव इत्ते पै रिहा है। अज भी साडे बच्चों ते बाहरले संस्कारां प्रभाव इदां पैंदा है। अचन चेत जिन्हां दे नाल असीं रहांगे उन्हां दी शान साडे ते पएगी पएगी, इस तो असीं बच ही नहीं सकते। कि लगदा प्रभाव पिया, ਉਹਦਾ प्रभाव च मन ने किते ना किते मन लिया भी हाँ इस्लाम भी ठीक है। मन ने किते ना किते एक अंश मान लिया भी इस्लाम च आद अच्छाई है ही ना, चंगा है। ਉਹਦਾ लेख बन गया दा उन्होंने को दा लेख सी, तू की कीता है? कहने लगा मैं अपने गुरु का नाम लैके लेख मिटा दिता है। हुण पुछ ला इतों, हुण टुकड़े टुकड़े कर देगा, मिट गया लेख ਇਹਦਾ, हुण नहीं मनदा। याद रखना साडे लेख सब दे ने, जो कुछ भी साडे नाल बन रहा है, मिल रहा है, असीं इस नूं स्वीकार कर पा रहे हाँ जां नहीं कर पा रहे। दुनिया के परिभाषित जो साडे साजो समान बने ने उहदे मुताबक असीं अमीर हाँ या गरीब हाँ, जो कुछ भी हाँ, साडे कीते हुए कर्मां नूं वेख के लिखे जांदे लेख, उन्हां लेखां दे सदके हाँ। उह तों अगला हिस्सा हुंदा है भाग, असीं भागां दे सदके हाँ। इसे करके ज्ञान खंड दा एक बचन है, ददै दोष न दिओ किसै, दोष कर्मा अपणिया, जो मैं किया सो मैं पाया, दोष न दीजै अवरचना। गुरु नानक साहब जी साडी किरतां नहीं जे बदलदे, इस भुलेखे च ना कुरे भी गुरु नानक जी ने किरतां बदलियां, बल्कि हुक्म करदे ने किरत करो। पर गुरु नानक पातशाह साहब जी ने साडे कर्म बदल दिते ने। कर्म बदल जाणगे तो लेख बदल जाणगे। कर्म के नतीजे वजों ही लेख लिखे जाते हैं, तो लिखे हुए लेखां च ही फैसला हुंदा। अज भी सरकार की लेखी हुक्म ही तो लिखदी आ, जज की फैसला लिखते ने ना, लिख देंदे ने, लिखे दे मुताबक फिर अगले कार्रवाई वरत दिंदे ने। साडे सारियां दे लेख लिखे हुए ने, उन्हां लेखां दे विच किसी कोल कुछ हैगा ते किसी को कुछ नहीं गा। महाराज ने अज सानूं सपाट ज्ञान खंड की गल दी है, सर्ब जियां सिरलेख धुराहू, और हर एक का लेख धुरों लिखिया होया। और ये नहीं कि असां तुसां लिखिया, धुरों लिखे है। धुर का मतलब है करते ने लिखे है, बिन लेखे नहीं कोई जियो। पर जिन लिखे ने ये उहदे वास्ते नहीं हुंदे, आप अलेख। दुनिया के लेख लिखे ने, दुनिया लिए कानून लिखे ने, पर उहदे लिए कोई कानून नहीं जे हुंदा। याद रखना, करता पुरख लई कोई कानून नहीं है। असीं कदे कदे कहते देखो जी कुदरत तो गैर कुदरती, अपने शब्द एक बन गया गैर कुदरती। पुरानी साखियां च पढ़ते आ भी गुरु नानक पातशाह साहब जी एक दिन अजे बाल काल अवस्था च ने, थोड़ी जी धुप है, विश्राम कर ली, पशुओं चारदे चारदे अपने खेतों च विश्राम करने वास्ते लेट गए ने। समय के मुताबिक सूरज के समय के परिवर्तन के नाल धुप बदलनी सी,
बस उस रुख की धुप नहीं बदली। अज तक असीं साखी च सुनिया, वड्डियां तो पढ़िया, साढ़े तर्क वितर्क लग ले ये किदां हो सकदा, कुदरत है बदलेगी भाई, ठीक है कुदरत तो बदलेगी, पर जिसकी कुदरत है उहदे वास्ते कोई नियम हुक्म नहीं जे हुंदा। बड़ा प्यारा जिहा सूत्र आपने पढ़िया होना तो संसार दे ज्ञान खंड च वेखिया होना, जिन यह लिखे, बड़ी प्यारी जो कहे ना, जिन यह लिखे जिसने साडे लेख लिखे ने तिस सिर नाहीं, ये लिखिया होया हुक्म उहदे लई नहीं है। कदे कदे कारपोरेट च आप तो बहुत काम करते हो, आप तो हंडे हो, मान लो किसी आप मालिक दे कोल उहदी कार विहार च बिजनेस 100 बंदा काम करता है और एक फैक्ट्री च काम करता, एक ऑफिस है वह, सानू इदा फिलासफी समझाया जाता है भी कारपोरेट का अफसर है, वो मतहत वो दफ्तर 100 बंदा काम करता है, ठीक है जी। कोई शाम को कल आर्डर लिख के जाता है, मैनू सारे मुलाजम पीएन तो लैके अफसर तक सवेरे 8 बजे इत्थे हाज़र चाहिए ने। मालक कहना लिख देंदा, आदेश लिखिया गया, सारे सर्कुलेट हो गया, हर एक जी तक सुनेहा पहुँच गया भी मालक जी ने हो वड्डे मालक ने कहा कि सवेरे 8 बजे मैनू बंदे इत्थे हाज़र चाहिए ने। ठीक है चाहिए ने, पर की अपने वास्ते थोड़ा हुक्म है, आप 8 बजे आए, आप 7:30 आए, आप 9 बजे आए, ना आए की फर्क पैंदा? वो काम तो चलदा ना, वह दफ्तर तो चलदा ना, वह तो कार विहार चलदा है। हुण सारे 8 बजे बुला के आप नहीं आउंदा, पर की सारे इकट्ठे होकर पुछ सकते हैं भी तू नहीं आया? बॉस है मालिक है, ना आवे, सारा दिन ना आवे। उन 100 दे 100 बंदे इकट्ठे होके भी नहीं पुछ सकते भी माई बालका तू सानू 8 बजे सद्या सी, आप नहीं आया, क्योंकि मैं तुहानू सद्या सी, मैनू अपने थोड़ा है। याद रखना, जिन्ने लेख हुक्म ने साडे तुहाडे लई ने, उहदे वास्ते कोई नहीं गा। जिन ये लिखे तिस सिर ना है, वो की है, वो अलेख है, वो लेखां तो मुक्त है। असीं तुसीं लेखां दे मुताबिक नियम कानून बद्धे ने, असीं उन्हां लेखां दे अंदर हुक्म ही बद्धे हैं भी बस लेख विच जे लिखिया इन्ने मिनट ते बस उन्ने ही है ना। साडे साह ते लेखे लैंदा साहा है, साडे साह ते लेखे च लिखे नहीं ना। कई बार वेखिया होना, असीं साखी सुना देने दर्शन विच भी सिकंदर ने कहा सी मैनूं थोड़े जे साह होर लै दिओ, सारे देश की कीमत सारा धन जो कुछ भी मैं इकट्ठा किया सब दे देंगा। पर हकीम कह लगे ये नहीं हो सकता, तो सब कुछ दे के भी चंद साह नहीं ले सकता, बस ये नहीं ले सकता। अज भी असीं देखते हैं जो डॉक्टर्स हॉस्पिटल काम करते, असीं सोचें कि असीं वेंटीलेटर पर पा के साह लै रहे, नहीं, वेंटीलेटर के राही सिर्फ साह सौखे किए जा रहे हैं, बस होर कुछ नहीं गा। डॉक्टरों के नाल कार विहार करदा वेखे, डॉक्टर कहते कि असीं समा नहीं बदलते, असीं सिर्फ उन्ना समा सौखा कर सकते हैं कि पीड़ा नहीं होएगी, तुहानूं तकलीफ नहीं होएगी, समा नहीं जे वाधा मौत ना घटदा जे ने, बस थोड़ी जी पीड़ा घट जाती है। साह उन्ने ही ने, वो 4 साह सौखे आ जाएंगे, क्योंकि हुण पाई पा तो हवा सौखी लंघ जाएगी, बाकी तो बाद गुब्बारा ही फुलदा रहिंदा, वो मशीन आ फुलदा, वो 5-4 दिन होर फुला छड्डो, पर जो निकल गया वो निकल गए। महाराज कहने लगे आप आलेख, वो आप लेखिया तो मुक्त है। कुदरत कर देखा है, वो आप देखते है, कुदरत करके देखता है, कुदरत है जो सारा पसार है, सारी कुदरत असीं सुने आ। थोड़ी देर पहले आसा की वार की शुरुआत हुई थी, पढ़िया होना ना प्यारिया ने, आप ही ने आप साजियो आप ही ने रचियो नाओ, दुई कुदरत साज के कर आसन डिठो चाओ। हुण कहन लगे आप ते अलेख है, अपने लेखे दे विच बना के सारी कुदरत नूं, ते सारे कुदरत उहदे लेखे मुताबक है। कुदरत कर देखा है, सारी रचना नूं बना के देखदा है, उन्हें बनाई देख रहे हैं, फिर हुक्म चलाए सोई जियो, फिर सारी कुदरत उहदे हुक्म दे विच है। जो हुक्म च ही है ना, असीं तुसीं कह नहीं सकते, क्योंकि साढ़े वास्ते तो तुक लिखी है, और साढ़े वास्ते बड़ी वड्डी तुक है, हुक्म है अंदर सब कुछ, साढ़े वास्ते इन्नी तुक दे विच सब कुछ है।
हुक्म है अंदर सब को, बाहर हुक्म ना कोई। साडा रोना बहना खाना पीना हसना जागना सौना जीवना मरना सारा कुछ तो हुक्म च है। बड़ा प्यारा जिहा बचन है, अपने पाठ करदे पढ़िया होना। राग माझ की वार विच एक श्लोक आउंदा है, आखण वेखण बोलण चलण जीवन मरना। हर कोई जिन्नियां क्रियावां ना साडे कुदरती, ठीक है, कोई चंगा आखदा कोई मंदा आखदा, नहीं होएगा ना। आखण वेखण बोलण चलण जीवन मरना धात, ये 5 7 बस इन्ना ही काम है ना। हुक्म साज हुक्मै विच रखै, नानक सच्चा आप। साडा आखना साडा वेखना साडा बोलना साडा चलना साडा जीवना साडा मर जाना सब दे हुक्म दे विच है। ते जदों तक हुक्म नहीं उहदा वरतदा उदों तक कोई मार नहीं सकदा। असीं सुनिया है, जिसका सास न काढ़ त्याप ताको राखत दैकर हाथ। जिहदा साह वो आप नहीं कढ़दा उन्होंने हथ दे के आप रखदा है, ते जिहदा साह आप कढ़ ले, हुण कल्पना फिर कि दुनिया की कोई ताकत उन्हें बचा लेगी? नहीं। जिन्हों वो बचा लेंदे दुनिया की कोई ताकत उन्हें मार नहीं सकती, ते जिहदा वो साह आप कढ़ लेंदा है फिर दुनिया की कोई ताकत उन्हें बचा नहीं सकती। जिहड़े हिकमत पढ़े ने वो हिकमत वाले जानते हैं कि करते ने हुक्म दे विच साडे शरीर की बनतरां च कैसे अंग कुछ बनाए ने। सियाणे हकीम साडे शरीर दी बनतरां देख के कहते हैं हुण ते गंढ खुल गई है। जदों प्राणा की वो गंढ खुल जाती है उस तो बाद वध तो वध अद्धी घड़ी बस बचाओ हुंदा। अद्धी घड़ी प्राण विच रहिंदे ने, वो गंढ खुली प्राण अद्धी घड़ी चुड जाते हैं। आज काल खुले तेरी गांठ ठुली, अज ते कल पता नहीं कदों गंढ खुल जानी प्राणा की। तो प्राण की गंढ खुल गई तो अद्धी घड़ी विच यानी कि 10-12 मिनट विच कदे कदे वेखिया होना साडे परिवारां चों कोई सीरीयस मरीज किसी बैड ते पिया हुंदा है, डॉक्टर दे कोल खड़ा तो कहते बस 10-15 मिनट की गल है। कदे कदे सुनिया होना औखे वक्तां च भी किसी ने मिलना मिल लो, देखना देख लो, 10-15 मिनट की गल है। यानी कि उन्होंने समझ आती है कि यदि प्राण की गंढ खुल गई है, हुण चले अज जिन्ने मर्जी वेंटिलेटर पा लो, कुछ कर लो, हुण कुछ नहीं जिउणा, क्योंकि हुण रही कल आई 10-15 मिनट की। अद्धी घड़ी 12 मिनट तो होंगे ना। आदि घड़ी नहीं रख ऊ नहीं रख है, अद्धी घड़ी तो वध नहीं रख सकते। महाराज कहन लगे ये सब हुक्म दे विच है, सब लेखां दे विच है। फिर महाराज असीं की करिए? जदों सारा कुछ लेखां दे मुताबक है, आ जो हो रहा लेखां दे मुताबक है, असीं कुछ ऐसा कर सकते जो लेखां तो बाहर होवे? महाराज के लिखा एक काम कर सकते हो, है तो लेखे दे विच ही, पर उसका उपयोग सही कर सकते हो। महाराज वो की है? कह लगे मन रे राम जपो। एक ऐसा कर्म है जो तुहाडे लेख दे विच हुंदियां होइयां भी लेख तो मुक्त कर देवेगा। है तो लेखे दे विच, इच कोई दो राय नहीं। लेखे दे विच ही सानू समा मिलिया जी। आज जो संगत का सानू समा मिलिया ये लेखां दे विच ही मिले। भागां दे करके ने विण रोज़ पढ़दे विण भागां सतसंग ना लभै, भागां दे सदके संगत मिलीए। भागहीन नहीं संगत पावैं भी पढ़दे ना। साडे भाग ने चंगे, ठीक है, सानू संगत मिली, पर भागां करके संगत ते मिल गई है। पर हुण आपां की करांगे? संगत विच आए बह के चले गए, कुछ करना तो चाहिए ना। तो सानू इत्थे ऐसा कलात्मक पक्ष है, शरीरक तौर पर गुरु बाबा कहते करना कुछ नहीं, तू चुपचाप बैठा रह, चुपचाप जिथे मत्था टेके थां मिलदा बह जा। महाराज बैठा बैठा की करा? कहने लगे मन रे राम जपो। बैठे हो, कीर्तन हो रहा है, कथा हो रही है, अंदर सानू पता है कि साड़ी अंदर की जो चिंतन कला होंदी है ना, उत्थे चल सकता है, चला के देखना। कीर्तन हो रहा है, कीर्तन ही बड़े वजद विच कीर्तन कर रहे, तो कहाँ सानू याद ने, पर विच सम मिलता है, उहदे विच वाहिगुरू वाहिगुरू जप हो सकता है। पर बोल के नहीं जे होना, उच्ची नहीं जे होना, पछंती तो बैखरी च भी नहीं होना, वो अंदर ही अंदर होना है। वो मन करके होना है। वो अंदर एक मन की चिंतन कला होंदी जिथे सोचां दौड़दियां, फुरने चलते हैं। उन्हां फुरनियां वाले थां ते
ਉੱਥੇ ਵਾਹਿਗੁਰੂ ਪਾ ਦੇ। ਤੁਕਾਂ ਚੱਲਦੀਆਂ ਨੇ, ਹੁਣ ਕੀਰਤਨ ਆਰੰਭ ਹੋਣਾ, ਦੇਖ ਲੈਣਾ ਟਰਾਈ ਕਰਕੇ। ਇੱਕ ਤੁਕ ਪੜ੍ਹਨੀ, ਕੋਈ ਸਮ ਦੇਣਾ ਇਹਨਾਂ ਨੇ। ਸੰਗੀਤ ਸਮ ਦਿੰਦਾ ਹੈ, ਕਿਉਂਕਿ ਸੰਸਾਰ ਸਾਰਾ ਸੰਗੀਤਕ ਹੈ, ਸੰਗੀਤ ਦੀਆਂ ਕਲਾਵਾਂ ਦੇ ਵਿੱਚ ਹੈ। ਸਾਡੇ ਅੰਦਰ ਵੀ ਸੰਗੀਤ ਠੀਕ ਐਸਾਂ ਦਾ ਪ੍ਰਗਟ ਨਹੀਂ ਹੋਇਆ ਜਿਹਨੂੰ ਅਸੀਂ ਸੰਗੀਤਕਾਰ ਕਹੇ ਨੇ। ਕੀਰਤਨੀ ਇਹਨਾਂ ਆਪਣੇ ਗਲੇ ਨੂੰ ਧੁਰਨ ਸੁਰ ਦੇ ਨਾਲ ਕਰ ਲਿਆ, ਗਾ ਰਹੇ ਨੇ। ਕੁਦਰਤ ਨੇ ਸੰਗੀਤ ਸਭ ਨੂੰ ਦਿੱਤਾ ਹੈ, ਔਰ ਸੰਗੀਤ ਵਿੱਚ ਸਮ ਹੈ। ਉਸ ਸਮ ਦੇ ਵਿੱਚ ਇੱਕ ਅਵਸਥਾ ਹੁੰਦੀ ਜਿੱਥੇ ਨਾ ਇੱਧਰ ਤੇ ਨਾ ਉੱਧਰ, ਵਿਚਕਾਰਲਾ ਮੰਡਲ ਹੁੰਦਾ ਹੈ। ਉੱਥੇ ਪਿਆਰ ਦੇ ਨਾਲ ਬਹੁਤ ਪੋਲਾ ਜਿਹਾ, ਬਹੁਤ ਛੋਟਾ ਜਿਹਾ ਵਾਹਿਗੁਰੂ ਜਪਿਆ ਜਾ ਸਕਦਾ ਹੈ। ਮਨ ਰੇ ਰਾਮ ਜਪੋ, ਫਿਰ ਕੀ ਹੋਏਗਾ? ਕਹਿਣਗੇ ਸੁਖ ਹੋਈ, ਸੁਖੀ ਹੋ ਜਾਏਗਾ। ਬਸ ਇਹਨਾਂ ਕੋ ਕੰਮ ਹੈ। ਉਹਨਾਂ ਤੋਂ ਇੱਕਦਮ ਅਮੀਰ ਨਹੀਂ ਹੋ ਚੱਲੇ ਸੀ ਵੀ ਉਹ ਵਾਹਿਗੁਰੂ ਕਹਿਣ ਦੇ ਨਾਲ ਅਸੀਂ ਇੱਕ ਤਾਂ ਰਾਜੇ ਤੇ ਨਹੀਂ ਬਣ ਚੱਲੇ, ਪਰ ਸੁਖੀ ਜ਼ਰੂਰ ਹੋ ਜਾਵਾਂਗੇ। ਉਹਦੇ ਨਾਲ ਉਹ ਵਾਹਿਗੁਰੂ ਕਹਿਣ ਦੇ ਨਾਲ ਅਸੀਂ ਇਹ ਨਹੀਂ ਕਿ ਛਾਤੇ ਪਹੁੰਚ ਜਾਵਾਂਗੇ, ਨਹੀਂ, ਸੁਖੀ ਹੋ ਜਾਵਾਂਗੇ। ਮਿਟਹਿ ਕਲੇਸ਼ ਸੁਖੀ ਹੋਈ ਰਹੀ ਹੈ, ਐਸਾ ਦਾਤਾ ਸਤਿਗੁਰ ਕਹੀਏ। ਕਹਿਣ ਲੱਗੇ ਮਨ ਰੇ ਰਾਮ ਜਪੋ ਸੁਖ ਹੋਈ। ਕਦੋਂ ਜਪਾਂ? ਕਹਿਣ ਲੱਗੇ ਅਹਨਿਸ ਗੁਰ ਕੇ ਚਰਨ ਸਰੇਵ, ਦਿਨ ਰਾਤੀ ਆਰਾਧੋ ਪਿਆਰੋ, ਨਿਮਕ ਨ ਕੀਜੇ ਢੀਲਾ। ਗੁਰਦੇਵ ਕਿਰਪਾ ਕਰਨ ਅਸੀਂ ਐਸਾ ਕਰਦੇ ਰਹੀਏ, ਕਰ ਸਕੀਏ। ਗੁਰ ਕੇ ਚਰਨ ਸਰੇਵਹੁ, ਹਰ ਦਾਤਾ ਭੁਗਤਾ ਸੋਈ। ਉਹ ਦਾਤਾ ਹੈ ਤੇ ਇਕੱਲਾ ਦਾਤਾ ਨਹੀਂ ਜੇ, ਭੁਗਤਾ ਵੀ ਜੇ। ਕਈ ਵਾਰ ਜ਼ਿੰਦਗੀ ਦੇ ਬਹੁਤ ਸਾਰੇ ਰਸ ਜਾਂ ਅਕਸਰ ਇਹ ਰਸਾਂ ਨੂੰ ਜੀਆਂ ਦੇ ਅੰਦਰ ਹੋ ਕੇ ਭੋਗਦਾ ਹੈ। ਇਹ ਗੱਲ ਆਪਾਂ ਕੱਲ੍ਹ ਸਾਂਝੀ ਵਿਚਾਰਾਂਗੇ ਕਿ ਜੀਆਂ ਦੇ ਅੰਦਰ ਹੋ ਕੇ ਉਹ ਇਹਨਾਂ ਸੰਸਾਰ ਦੇ ਰਸਾਂ ਨੂੰ ਭੋਗਦਾ ਹੈ। ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।